ਗੁਰੂ ਦੀ ਮੱਤ ਮਨੁੱਖ ਸੰਗਤ ਵਿੱਚ ਆ ਕੇ ਹੀ ਧਾਰਨ ਕਰਦਾ ਹੈ। ਇੱਥੇ ਗੁਰੂ ਸਾਹਿਬ ਨੇ ਸਾਨੂੰ ਇਹੀ ਗੱਲ ਸਮਝਾਉਣੀ ਕੀਤੀ ਹੈ, ਮਨ ਮਿਲ ਸਤ ਸੰਗਤ ਸੁਭਵੰਤੀ, ਸੁਣ ਅਕਥ ਕਥਾ ਸੁਖਵੰਤੀ। ਹੈ ਮੇਰੇ ਮਨ, ਸਤ ਸੰਗਤ ਵਿੱਚ ਆ, ਪਰਿਪੂਰਨ ਪਰਮਾਤਮਾ ਦਾ ਹਾਰ ਜਸ ਕਰ, ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਸਤ ਸੰਗੀਆਂ ਦੇ ਨਾਲ ਮਿਲ ਕੇ ਕਰਨਾ ਕਰ। ਸਤ ਸੰਗਤ ਵਿੱਚ ਆਉਣ ਦੇ ਨਾਲ ਤੇਰੇ ਅੰਦਰ ਸ਼ੁਭ ਗੁਣ ਪੈਦਾ ਹੋਣਗੇ। ਮਨ ਮਿਲ ਸਤ ਸੰਗ ਸੁਭਵੰਤੀ, ਸੁਭਵੰਤੀ ਤੋਂ ਭਾਵ ਹੈ ਸ਼ੁਭ ਗੁਣ, ਚੰਗੇ ਗੁਣ ਤੇਰੇ ਅੰਦਰ ਪੈਦਾ ਹੋਣਗੇ। ਭੈੜੀ ਮੱਤ ਦਾ ਤਿਆਗ ਕਰੇਗਾ ਤੇ ਤੇਰੇ ਅੰਦਰ ਸ਼ੁਭ ਗੁਣ ਪ੍ਰਕਾਸ਼ ਹੋਣਗੇ। ਆਪਾਂ ਬਚਨ ਵੀ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾ। ਜਿਨ੍ਹਾਂ ਨੇ ਵੀ ਸੰਗਤ ਕੀਤੀ ਹੈ ਉਹ ਤਰ ਗਏ ਨੇ, ਉਹਨਾਂ ਦਾ ਪਾਰ ਉਤਾਰਾ ਹੋ ਗਿਆ ਹੈ। ਸੰਗਤ ਵਿੱਚ ਆਉਣ ਦੇ ਨਾਲ ਸੁੱਕਾ ਮਨ ਪਰਮਾਤਮਾ ਦੇ ਨਾਮ ਤੋਂ ਸਖਣਾ ਹਿਰਦਾ ਪਰਮਾਤਮਾ ਦੇ ਨਾਮ ਦੇ ਨਾਲ ਲਬੋ ਲਬ ਭਰ ਜਾਂਦਾ ਹੈ। ਹੁਣ ਹਰੇਕ ਮਨੁੱਖ ਚਾਹੁੰਦਾ ਹੈ ਵੀ ਮੇਰੇ ਅੰਦਰ ਚੰਗੇ ਗੁਣ ਪੈਦਾ ਹੋਣ, ਕਿਉਂਕਿ ਚੰਗੇ ਗੁਣਾਂ ਦੇ ਧਾਰਨੀ ਹੋਵਾਂਗੇ ਸੰਸਾਰ ਤੇ ਰਹਿੰਦਿਆਂ ਤਾਈਓ ਮਨੁੱਖ ਦੀ ਸੋਭਾ ਹੁੰਦੀ ਹੈ। ਜਿਹਦੇ ਕੋਲ ਚੰਗੇ ਗੁਣ ਨੇ, ਜੋ ਚੰਗੇ ਗੁਣਾਂ ਦਾ ਧਾਰਨੀ ਹੈ, ਉਹਨੂੰ ਸੰਸਾਰ ਤੇ ਮਾਣ ਸਤਿਕਾਰ ਦਿੱਤਾ ਜਾਂਦਾ ਹੈ, ਇੱਜ਼ਤ ਹੁੰਦੀ ਹੈ। ਜੋ ਭੈੜੀ ਮੱਤ ਵਾਲਾ ਹੈ, ਔਗਣਾਂ ਦੇ ਨਾਲ ਭਰਿਆ, ਅਵਿਚਾਰੀ ਹੈ, ਉਹਨੂੰ ਸੰਸਾਰ ਅੰਦਰ ਦੁਤਕਾਰਿਆ ਹੀ ਜਾਂਦਾ ਹੈ। ਉਹ ਆਪਣੇ ਆਪ ਨੂੰ ਭਾਵੇਂ ਚੰਗਾ ਸਮਝੇ, ਪਰ ਸੰਸਾਰ ਅੰਦਰ ਸਤਿਕਾਰ ਮਾਣ ਉਹਨਾਂ ਨੂੰ ਹੀ ਮਿਲਿਆ ਜੋ ਚੰਗੇ ਗੁਣਾਂ ਦੇ ਧਾਰਨੀ ਬਣੇ। ਤੇ ਗੁਰੂ ਸਾਹਿਬ ਨੇ ਤੇ ਵੀ ਸਮਝਾ ਦਿੱਤਾ ਹੈ, ਭਾਈ ਜੇ ਤੂੰ ਚਾਹੁੰਦਾ ਵੀ ਤੇਰੇ ਅੰਦਰੋਂ ਔਗਣਾਂ ਦਾ ਖਾਤਮਾ ਹੋ ਜੇ ਤੇ ਚੰਗੇ ਗੁਣ ਤੇਰੇ ਅੰਦਰ ਪ੍ਰਵੇਸ਼ ਕਰਨ, ਉਹਦੇ ਲਈ ਤੈਨੂੰ ਗੁਰੂ ਦੀ ਸੰਗਤ ਵਿੱਚ ਆਉਣਾ ਪਵੇਗਾ। ਸੰਗਤ ਵਿੱਚ ਆ ਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰ, ਨਾਮ ਜਪ, ਨਾਮ ਨੂੰ ਸੁਣਨਾ ਕਰ, ਤੇਰੇ ਅੰਦਰ ਸ਼ੁਭ ਗੁਣ ਪੈਦਾ ਹੋ ਜਾਣਗੇ। ਤੇ ਜਿਨ੍ਹਾਂ ਨੇ ਸਤ ਸੰਗਤ ਕੀਤੀ ਹੈ ਉਹ ਤਰ ਗਏ ਨੇ, ਉਹਨਾਂ ਨੇ ਆਪਣਾ ਮਨੁੱਖਾ ਜਨਮ ਸਵਾਰ ਲਿਆ, ਉਹਨਾਂ ਦਾ ਸੰਸਾਰ ਤੇ ਆਇਆ ਜੀਵਨ ਸਫਲਾ ਹੈ। ਸੁਣ ਅਕਥ ਕਥਾ ਸੁਖਵੰਤੀ, ਅਕਥ ਤੋਂ ਭਾਵ ਹੈ ਜਿਹਨੂੰ ਬਿਆਨ ਨਾ ਕੀਤਾ ਜਾ ਸਕੇ, ਜਿਹਨੂੰ ਬੋਲ ਕੇ ਨਾ ਦੱਸਿਆ ਜਾ ਸਕੇ। ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਿਹਦੀਆਂ ਵਡਿਆਈਆਂ, ਜਿਹਦੀ ਰਹਿਮਤਾਂ ਨੂੰ ਬੋਲ ਕੇ ਨਹੀਂ ਦੱਸਿਆ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਬੇਅੰਤ ਹੈ। ਬੇਅੰਤ ਉਹਦੇ ਵਿੱਚ ਗੁਣ ਨੇ, ਬੇਅੰਤ ਰਹਿਮਤਾਂ ਬਖਸ਼ਿਸ਼ਾਂ ਦਾ ਮਾਲਕ ਹੈ। ਉਸ ਪਰਿਪੂਰਨ ਪਰਮਾਤਮਾ ਬੇਅੰਤ ਅਕਥ ਪ੍ਰਭੂ ਦੀ ਸਿਫਤ ਸਲਾਹ ਸੁਣਨਾ ਕਰ। ਸੁਣ ਅਕਥ ਕਥਾ ਸੁਖਵੰਤੀ, ਜਦੋਂ ਪਰਮਾਤਮਾ ਦੀ ਸਿਫਤ ਸਲਾਹ ਕਰੇਗਾ ਭਾਈ, ਨਾਮ ਨੂੰ ਸੁਣਨਾ ਕਰੇਗਾ, ਪਰਮਾਤਮਾ ਦੇ ਗੁਣਾਂ ਨੂੰ ਵਿਚਾਰੇਗਾ, ਸੁਖਵੰਤੀ ਤੇ ਤੇਰਾ ਜੀਵਨ ਸੁਖਮਈ ਬਣ ਜਾਵੇਗਾ। ਜੀਵਨ ਅੰਦਰ ਸੁਖ ਪ੍ਰਵੇਸ਼ ਕਰਨਗੇ ਤੇ ਦੁੱਖਾਂ ਤੋਂ ਭਾਈ ਤੇਰੀ ਨਿਵਰਤੀ ਹੋਵੇਗੀ, ਦੁੱਖ ਦੂਰ ਹੋਣਗੇ ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਜੋ ਅਕਥ ਹੈ, ਜਿਹਨੂੰ ਕਥਿਆ ਨਹੀਂ ਜਾ ਸਕਦਾ, ਜਿਹਦੀ ਰਹਿਮਤਾਂ, ਜਿਹਦੀ ਵਡਿਆਈਆਂ ਨੂੰ ਬੋਲ ਕੇ ਪੂਰਨ ਤੌਰ ਤੇ ਕਿਸੇ ਨੇ ਬਿਆਨ ਨਹੀਂ ਕੀਤਾ ਤੇ ਨਾ ਹੀ ਕੋਈ ਕਰ ਸਕਦਾ ਹੈ, ਉਸ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਕਰ ਭਾਈ, ਨਾਮ ਸੁਣਨਾ ਕਰ, ਪਰਮਾਤਮਾ ਦੇ ਗੁਣਾਂ ਨੂੰ ਵਿਚਾਰ ਤੇ ਤੇਰਾ ਜੀਵਨ ਸੁਖਮਈ ਬਣ ਜਾਵੇਗਾ। ਸਭ ਕੇਲਵਕ ਪਾਪ ਲਹੰਤੀ, ਜਿਵੇਂ ਜਿਵੇਂ ਭਾਈ ਤੂੰ ਸੰਗਤ ਵਿੱਚ ਆਵੇਂਗਾ, ਤੇਰੀ ਹਾਜ਼ਰੀ ਲੱਗੇਗੀ, ਪ੍ਰਮਾਤਮਾ ਦੀ ਸਿਫਤ ਸਲਾਹ ਕਰੇਗਾ, ਤੇਰੇ ਜੀਵਨ ਅੰਦਰੋਂ ਤੇਰੇ ਕੀਤੇ ਹੋਏ ਜਿਹੜੇ ਪਾਪ, ਸਭ ਕੇਲਵਕ ਪਾਪ ਲਹੰਤੀ, ਤੇਰੇ ਪਾਪ ਧੋਤੇ ਜਾਣੇ ਨੇ। ਕਹਿਣ ਤੋਂ ਭਾਵ ਜਦੋਂ ਮਨੁੱਖ ਸੰਗਤ ਵਿੱਚ ਹੁੰਦਾ ਹੈ, ਮਨੁੱਖ ਨੂੰ ਚੰਗੇ ਮਾੜੇ ਦਾ ਪਤਾ ਲੱਗਦਾ ਹੈ ਵੀ ਚੰਗਾ ਕੀ ਹੈ ਤੇ ਮਾੜਾ ਕੀ ਹੈ, ਕਿਹੜਾ ਕਰਮ ਕਰਨਾ ਚਾਹੀਦਾ, ਕਿਹੜਾ ਨਹੀਂ ਕਰਨਾ ਚਾਹੀਦਾ। ਇਹ ਸਾਨੂੰ ਸਿੱਖਿਆ ਗੁਰੂ ਕੋਲੋਂ ਮਿਲਦੀ ਹੈ, ਸੋਝੀ ਗੁਰੂ ਕੋਲੋਂ ਮਿਲਦੀ ਹੈ ਸੰਗਤ ਵਿੱਚ ਆ ਕੇ, ਵੀ ਕਿਹੜਾ ਕੰਮ ਸਾਡੇ ਲਈ ਸ਼ੋਭਨੀਕ ਹੈ, ਸਾਨੂੰ ਕਰਨਾ ਚਾਹੀਦਾ ਹੈ।
ਜਦੋਂ ਭਾਈ ਤੂੰ ਸੰਗਤ ਵਿੱਚ ਆਵੇਂਗਾ, ਗੁਰੂ ਦਾ ਹਾਰ ਜਸ ਕਰੇਂਗਾ, ਗੁਰੂ ਦਾ ਹਾਰ ਜਸ ਸੁਣੇਗਾ, ਫਿਰ ਤੂੰ ਮਾੜੇ ਕੰਮ ਕਰੇਂਗਾ ਹੀ ਨਹੀਂ। ਜਿਨ੍ਹਾਂ ਕੰਮਾਂ ਨੂੰ ਕਰਨ ਤੋਂ ਬਾਅਦ ਭਾਈ ਤੂੰ ਪਾਪੀ ਕਹਾਉਣ ਦਾ ਹੱਕਦਾਰ ਹੋਵੇਗਾ, ਉਹ ਕੰਮ ਮਨੁੱਖ ਫਿਰ ਕਰਦਾ ਹੀ ਨਹੀਂ। ਕਹਿਣ ਤੋਂ ਭਾਵ ਮਨੁੱਖ ਮਾੜੇ ਕੰਮ ਕਰਨ ਤੋਂ ਫਿਰ ਗੁਰੇਜ਼ ਕਰਦਾ ਹੈ। ਸਮਝ ਲੱਗ ਜਾਂਦੀ ਹੈ, ਸੋਝੀ ਗੁਰੂ ਕੋਲ ਆ ਕੇ ਮਿਲਦੀ ਹੈ ਵੀ ਇਹ ਜਿਹੜਾ ਕੰਮ ਹੈ ਇਹ ਮੇਰੇ ਲਈ ਕਰਨਾ ਠੀਕ ਨਹੀਂ। ਹਾਰ ਹੋ ਲਿਖਤ ਲਿਖੰਤੀ, ਜਿਵੇਂ ਜਿਵੇਂ ਭਾਈ ਤੂੰ ਸੰਗਤ ਵਿੱਚ ਆਵੇਂਗਾ, ਸੰਗਤ ਵਿੱਚ ਆਉਣ ਦੇ ਨਾਲ ਤੇਰੇ ਜੀਵਨ ਅੰਦਰ ਇੱਕ ਤਬਦੀਲੀ ਆਵੇਗੀ, ਜੀਵਨ ਅੰਦਰ ਪਲਟਾ ਆਵੇਗਾ ਵੀ ਪਰਮਾਤਮਾ ਦਾ ਨਾਮ, ਪਰਮਾਤਮਾ ਦੇ ਨਾਮ ਵਾਲਾ ਜਿਹੜਾ ਲੇਖ ਹੈ ਉਹ ਤੇਰੇ ਹਿਰਦੇ ਤੇ ਲਿਖਿਆ ਜਾਵੇਗਾ। ਹਰ ਹੋ ਲਿਖਤ ਲਿਖੰਤੀ, ਪਰਮਾਤਮਾ ਦੇ ਨਾਮ ਵਾਲਾ ਲੇਖ। ਕਹਿਣ ਤੋਂ ਭਾਵ ਸੰਗਤ ਵਿੱਚ ਆਉਣ ਦੇ ਨਾਲ ਪਰਮਾਤਮਾ ਦਾ ਨਾਮ ਤੇਰੇ ਹਿਰਦੇ ਵਿੱਚ ਵਸੇਗਾ, ਤੇਰੇ ਅੰਦਰ ਪਰਮਾਤਮਾ ਪ੍ਰਤੀ ਪਿਆਰ ਪੈਦਾ ਹੋਵੇਗਾ, ਪ੍ਰੀਤ ਪੈਦਾ ਹੋਵੇਗੀ, ਜਿਸ ਬਾਬਤ ਆਪਾਂ ਬਚਨ ਪੜ੍ਹਦੇ ਹਾਂ, ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਐਸੀ ਪ੍ਰੀਤ ਬਣੇਗੀ ਪਰਮਾਤਮਾ ਦੇ ਨਾਲ, ਫਿਰ ਦੁਨਿਆਵੀ ਜੋ ਪ੍ਰੀਤਾਂ ਨੇ ਇਹ ਭਾਈ ਤੈਨੂੰ ਝੂਠੀਆਂ ਨਜ਼ਰ ਆਉਣ ਲੱਗ ਪੈਣਗੀਆਂ। ਪਤਾ ਲੱਗ ਜਾਵੇਗਾ ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਉ ਸਭ ਲਾਗੈ, ਕਿਆ ਦਾਰਾ ਕਿਆ ਮੀਤ। ਪਤਾ ਲੱਗ ਜਾਵੇਗਾ ਵੀ ਜਿਸ ਪਿਆਰ, ਜਿਸ ਪ੍ਰੀਤ ਦੇ ਖਾਤਰ ਦਿਨ ਰਾਤ ਇੱਕ ਕੀਤਾ ਹੋਇਆ ਸੀ, ਇਹ ਸਾਰੀਆਂ ਪ੍ਰੀਤਾਂ ਤਾਂ ਭਾਈ ਝੂਠੀਆਂ ਨੇ। ਆਪਣੇ ਸੁਖ ਕਰਕੇ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਨੇ, ਆਪਣੇ ਹੀ ਸੁਖ ਸਿਉ ਸਭ ਲਾਗੈ, ਕਿਆ ਦਾਰਾ ਕਿਆ ਮੀਤ। ਭਾਵੇਂ ਪਤਨੀ ਹੈ, ਭਾਵੇਂ ਪੁੱਤਰ ਧੀਆਂ ਹਨ, ਫਿਰ ਸਮਝ ਲੱਗੇਗੀ ਸੰਗਤ ਵਿੱਚ ਆਉਣ ਦੇ ਨਾਲ ਵੀ ਪਰਮਾਤਮਾ ਦੇ ਨਾਮ ਦੀ ਜੋ ਪ੍ਰੀਤ ਹੈ ਇਹ ਸੱਚੀ ਹੈ। ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ, ਹਾਰ ਕੀਰਤ ਕਾਲਯੁਗ ਵਿੱਚ ਊਤਮ, ਮਤ ਗੁਰਮਤ ਕਥਾ ਭਜੰਤੀ। ਇਸ ਕਾਲਯੁਗ ਦੇ ਅੰਦਰ ਪਰਮਾਤਮਾ ਦੀ ਕੀਰਤੀ ਗਾਉਣੀ, ਪਰਮਾਤਮਾ ਦੀ ਸਿਫਤ ਸਲਾਹ ਕਰਨੀ ਤੇ ਗੁਰੂ ਦੇ ਮਤ ਦਾ ਧਾਰਨੀ ਬਣ ਕੇ, ਗੁਰੂ ਦੇ ਉਪਦੇਸ਼ਾਂ ਤੇ ਤੁਰ ਕੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ, ਇਹ ਸਭ ਤੋਂ ਉੱਤਮ ਕਰਮ ਹੈ। ਹਰ ਕੀਰਤ ਕਾਲਯੁਗ ਵਿੱਚ ਉੱਤਮ, ਮਤ ਗੁਰਮਤ ਕਥਾ ਭਜੰਤੀ, ਵੀ ਗੁਰੂ ਦੇ ਮਤ ਦਾ ਧਾਰਨੀ ਬਣ ਕੇ, ਗੁਰੂ ਦੇ ਉਪਦੇਸ਼ਾਂ ਤੇ ਤੁਰ ਕੇ ਭਾਈ ਜਦੋਂ ਤੂੰ ਪਰਮਾਤਮਾ ਦੀ ਕੀਰਤੀ ਗਾਵੇਂਗਾ, ਪਰਮਾਤਮਾ ਦੀ ਉਸਤਤੀ ਕਰੇਂਗਾ, ਇਹ ਸਭ ਤੋਂ ਉੱਤਮ ਕਰਮ ਹੈ। ਬਚਨ ਆਪਾਂ ਪੜ੍ਹਦੇ ਹਾਂ, ਉਸਤਤ ਕਰ ਕਰ ਜੀਵਾਂ। ਅਸਲ ਵਿੱਚ ਜੀਵਨ ਜੋ ਜਿਉਣਾ ਹੈ, ਜਿਸ ਜੀਵਨ ਅੰਦਰ ਪਰਮਾਤਮਾ ਦੀ ਉਸਤਤੀ ਹੈ, ਪਰਮਾਤਮਾ ਦੀ ਯਾਦ ਹੈ, ਉਹ ਜਿਹੜਾ ਜੀਵਨ ਸੰਸਾਰ ਤੇ ਜੀਵਿਆ ਸਾਡਾ ਪ੍ਰਵਾਨ ਹੈ। ਜੇ ਜੀਵਨ ਅਸੀਂ ਸੰਸਾਰ ਤੇ ਜੀ ਰਹੇ ਹਾਂ ਤੇ ਪਰਮਾਤਮਾ ਦੀ ਜੀਵਨ ਅੰਦਰ ਯਾਦ ਨਹੀਂ, ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦੇ, ਫਿਰ ਗੁਰੂ ਸਾਹਿਬ ਆਖਦੇ ਨੇ, ਆਪਾਂ ਬਚਨ ਪੜ੍ਹਦੇ ਹਾਂ, ਹਰ ਬਿਸਰ ਸਦਾ ਖੁਆਰੀ, ਤਾਂ ਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਬਿਨ ਹਰ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੈ ਗੋਹਾਰੀ। ਬਿਨ ਹਰ ਸਿਮਰਨ, ਵੀ ਪਰਮਾਤਮਾ ਦੇ ਨਾਮ ਤੋਂ ਬਗੈਰ ਜ਼ਿੰਦਗੀ ਜਿਹੜੀ ਜਿਉਣੀ ਹੈ, ਭਾਵੇਂ ਮਨੁੱਖ ਲੰਮੀ ਉਮਰ ਭੋਗ ਕੇ ਸੰਸਾਰ ਤੋਂ ਜਾਂਦਾ ਹੈ, ਗੁਰੂ ਸਾਹਿਬ ਆਖਦੇ ਲੰਮੀ ਉਮਰ ਤਾਂ ਭਾਈ ਸੱਪ ਦੀ ਵੀ ਹੈ, ਸਰਪ ਜੈਸੇ ਅਰਜਾਰੀ। ਹੁਣ ਸਾਰੀ ਜ਼ਿੰਦਗੀ ਉਹ ਜੀਵਨ ਲੰਮਾ ਭਾਵੇਂ ਜਿਉਂਦਾ ਹੈ, ਪਰ ਉਸ ਜੀਵਨ ਦਾ ਕੀ ਫਾਇਦਾ? ਸਾਰੀ ਜ਼ਿੰਦਗੀ ਆਪਣੇ ਅੰਦਰ ਜ਼ਹਿਰ ਘੋਲਦਾ ਹੈ, ਆਪਣੇ ਹੀ ਜ਼ਹਿਰ ਕਾਰਨ ਉਹ ਦੁਖੀ ਰਹਿੰਦਾ ਹੈ। ਵੀ ਨਾਮ ਤੋਂ ਬਗੈਰ ਭਾਵੇਂ ਤੈਨੂੰ 9 ਖੰਡਾਂ ਦਾ ਰਾਜਾ ਕਿਉਂ ਨਾ ਬਣਾ ਦਿੱਤਾ ਜਾਵੇ, ਉਹ ਤੇਰਾ ਭੋਗਿਆ ਹੋਇਆ ਰਾਜ ਭਾਗ ਵੀ ਕਿਸੇ ਕੰਮ ਦਾ ਨਹੀਂ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੈ ਗੋਹਾਰੀ। ਰਾਜ 9 ਖੰਡਾਂ ਦਾ ਭੋਗ ਕੇ ਵੀ ਮਨੁੱਖ ਜੇਕਰ ਪ੍ਰਮਾਤਮਾ ਦੀ ਯਾਦ ਨਹੀਂ, ਬੰਦਗੀ ਨਹੀਂ, ਤੇ ਸਭ